गुरुआं दा सुपना सी विद्या विद्या विचारी परोपकारी। ये विद्या एजुकेशन साधु सिंह धर्मसोत कांग्रेस के राज खत्म हो गई। ये रब जे सानू तू इन्हां बगानियां दे हत्थां विच इन्हां दी हुकूमत विच सट्टना तां साडा जींदा शरीर चक ला। गठजोड़ तो पहलां जिहड़ी कमांड जाखड़ दे नहीं कैप्टन के हत्थ दे विच सी, उस तो बाद हुण जिहड़ी सिद्धू के हत्थ विच आई है, किन्ना कसर पैण वाला गठजोड़ ते। ਜਿਹਦੇ ਕੋਲ ਸਿੱਧੂ ਵਰਗਾ ਪ੍ਰਧਾਨ ਹੋਵੇ ਜਿਸ ਪਾਰਟੀ ਕੋਲ, ਉਸ ਪ੍ਰਧਾਨ ਨੂੰ ਤਾਂ ਹੋਰ ਕਿਸੇ ਪਾਰਟੀ ਦੇ ਬਰਾਬਰ ਖੜੇ ਹੋਣ ਦੀ ਜ਼ਰੂਰਤ ਹੀ ਨਹੀਂ ਹੈਗੀ, ਉਹ ਤਾਂ ਆਪੇ ਹੀ ਡੁੱਬ ਜਾਏਗੀ। ਗੜੀ ਸਾਹਿਬ ਗਠਜੋੜ ਤੋਂ ਬਾਅਦ ਜਿਹੜੀ ਕਾਂਸੀ ਰਾਮ ਦੀ ਭੈਣ ਸਵਰਨ ਕੌਰ, ਉਹਨੇ ਕਾਫੀ ਜਿਹੜੇ ਸਵਾਲ ਉਠਾਏ ਸੀ। ਉਹਨੇ ਕਿਹਾ ਮੈਂ ਨਾ ਖੁਸ਼ ਹਾਂ, ਨਾਲ ਹੀ ਤੁਹਾਡੇ ਜਿਹੜੇ ਆਗੂ ਆ ਮਿਸ਼ਰਾ ਤੇ ਵੀ ਕੁਝ ਉਂਗਲਾਂ ਉਠਾਈਆਂ। ਬਹੁਜਨ ਸਮਾਜ ਪਾਰਟੀ 'ਚ ਇੱਕੋ ਹੀ ਭੈਣ ਹੈ, ਉਸ ਭੈਣ ਦਾ ਨਾਂ ਆ ਭੈਣ ਕੁਮਾਰੀ ਮਾਇਆਵਤੀ। ਬਾਕੀ ਜਿਹੜਾ ਪਰਿਵਾਰ ਵਾ ਅਸੀਂ ਨਾ ਕਿਸੇ ਨੂੰ ਜਾਣਦੇ ਨਾ ਕਿਸੇ ਨੂੰ ਬੁੱਝਦੇ ਹਾਂ। ਸਾਬਕਾ ਸ਼੍ਰੀ ਰਾਮ ਨੇ ਆਪਣੇ ਜੀਂਦੇ ਜੀ ਹਰ ਵਰਕਰ ਨੂੰ ਕਿਹਾ ਸੀ ਕਿ ਮੇਰਾ ਕੋਈ ਪਰਿਵਾਰ ਨਹੀਂ। ਅਸੀਂ ਸਾਹਿਬ ਦੀ ਗੱਲ ਮੰਨਦੇ ਹਾਂ ਕਿ ਸਾਹਿਬ ਦਾ ਕੋਈ ਪਰਿਵਾਰ ਨਹੀਂ। ਔਰ ਉਹਨਾਂ ਤਾਂ ਸੰਵਿਧਾਨ ਵਿਰੋਧੀ, ਸੰਵਿਧਾਨ ਨੂੰ ਹੀ ਗਲਤ ਘਟੀਆ ਕਹਿ ਦਿੱਤਾ। ਔਰ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਆਮ ਆਦਮੀ ਪਾਰਟੀ ਨੇ ਤਗਮਾ ਲਾਤਾ, ਅਨਮੋਲ ਗਗਨ ਜੀ ਤੁਸੀਂ ਸੰਵਿਧਾਨ ਨੂੰ ਘਟੀਆ ਕਿਹਾ, ਲਓ ਤੁਸੀਂ ਖਰੜ ਤੋਂ ਇਲੈਕਸ਼ਨ ਲੜੋ। ਔਰ ਭਾਜਪਾ ਨੇ ਹਰਦੀਪ ਪੁਰੀ ਨੇ ਕਿਹਾ ਕਿ ਇਹ ਪੰਥਕ ਸੀਟਾਂ ਬਹੁਜਨ ਸਮਾਜ ਨੂੰ ਕਿਉਂ ਦਿੱਤੀਆਂ। ਭਾਜਪਾ ਨੇ ਹਰਦੀਪ ਪੁਰੀ ਨੂੰ ਕੇਂਦਰੀ ਮੰਤਰੀ ਬਣਾਤਾ ਤੇ ਮੈਂ ਬਹੁਜਨ ਸਮਾਜ ਕੋਲ ਪੱਲਾ ਅੱਡ ਕੇ ਜਾਊਂਗਾ। ਦੱਸੋ ਤੁਸੀਂ ਕਿਆ ਆ? ਕਿਆ ਕਾਂਗਰਸ ਦੇ ਨਾਲ ਖੜਨਾ, ਕਾਂਗਰਸ ਨਾਲ ਖੜਨਾ, ਜਾਂ ਅਸੀਂ ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਲੜਾਈ ਲੜ ਰਹੇ ਹਾਂ ਕਿ ਤੁਸੀਂ ਹੱਥ ਤੇ ਜਾਣਾ ਕਿ ਹੱਥੀ ਤੇ ਜਾਣਾ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਤੋਂ ਬਾਅਦ ਪਹਿਲੀ ਵਾਰ ਦੋ ਜਿਹੜੇ ਵੱਡੇ ਚਿਹਰੇ ਆ ਦੋਨਾਂ ਪਾਰਟੀਆਂ ਦੇ ਇਕੱਠੇ ਹੋਏ ਆ। ਸਾਡੇ ਨਾਲ ਪਰਮਬੰਸ ਸਿੰਘ ਬੰਟੀ ਰਮਾਣਾ ਨੇ, ਜਸਵੀਰ ਗੜੀ ਜੀ। ਪਹਿਲਾਂ ਬੰਟੀ ਰਮਾਣਾ ਗੱਲਬਾਤ ਕਰਾਂਗੇ। ਰਮਾਣਾ ਸਾਹਿਬ, ਬਹੁਜਨ ਸਮਾਜ ਪਾਰਟੀ ਦੀ ਰੀੜ੍ਹ ਦੀ ਹੱਡੀ ਪਹੁੰਚੀ ਹੈ ਫਰੀਦਕੋਟ ਦੇ ਵਿੱਚ ਪਹਿਲੀ। ਕੋ ਮਾਣ ਦੀ ਗੱਲ ਹੈ ਜੀ, ਖੁਸ਼ੀ ਦੀ ਗੱਲ ਹੈ। ਜਿੱਥੇ ਦੋ ਪਾਰਟੀਆਂ ਦਾ ਅਲਾਇੰਸ ਹੋਇਆ ਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਾਹਿਬ ਬਾਈ ਨਛੱਤਰ ਜੀ ਸਾਡੇ ਕੋਲ ਆਏ ਹੈ, ਬੜੀ ਖੁਸ਼ੀ ਦੀ ਗੱਲ ਹੈ। ਬਾਬਾ ਫਰੀਦ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਆਏ। ਮੇਰੇ ਵਾਸਤੇ ਤਾਂ ਹੋਰ ਵੀ ਖੁਸ਼ੀ ਦੀ ਗੱਲ ਹੈ ਕਿਉਂਕਿ ਮੇਰਾ ਨਿੱਜੀ ਪਿਆਰ ਬੜਾ ਹੈ ਇਹਨਾਂ ਨਾਲ। ਭਰਾਵਾਂ ਵਾਂਗੂ ਮੇਰੇ ਤਾਂ ਭਰਾ ਆਏ ਹੈ, ਮੈਂ ਤਾਂ ਉਸ ਨਾਤੇ ਅੱਜ ਇਹਨਾਂ ਨੂੰ ਵੈਲਕਮ ਕੀਤਾ, ਜੀ ਆਇਆਂ ਨੂੰ ਕੀਤਾ। ਤੇ ਇਹਨਾਂ ਦੇ ਜਿਸ ਤਰ੍ਹਾਂ ਨਾਲ ਪੰਜਾਬ ਭਰ 'ਚ ਇਹਨਾਂ ਨੇ ਮੁਹਿੰਮ ਚਲਾਈ ਹੋਈ ਹੈ, ਇਸ ਗੱਠਜੋੜ ਨੂੰ ਬੜਾ ਵੱਡਾ ਬਲ ਮਿਲ ਰਿਹਾ ਹੈ। ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 4 ਮਹੀਨੇ ਰਹਿ ਗਏ ਹੈ। ਇਤਿਹਾਸਿਕ ਜਿੱਤ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹਾਸਿਲ ਕਰੂਗਾ। ਗੜੀ ਸਾਹਿਬ, ਬਾਬਾ ਫਰੀਦ ਦੀ ਧਰਤੀ ਤੇ ਪਹਿਲੀ ਵਾਰ ਆਏ ਹੋ, ਕੀ ਮਹਿਸੂਸ ਕਰ ਰਹੇ ਹੋ? ਇਹ ਮਹਿਸੂਸ ਹੋ ਰਿਹਾ ਕਿ ਬਾਬਾ ਫਰੀਦ ਜੀ ਨੇ ਕਿਹਾ ਸੀ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰ ਰੋਲੇ। ਤਾਂ ਬਾਬੇ ਫਰੀਦ ਨੇ ਜਿਹੜਾ ਇਹ ਸ਼ਬਦ ਹੈ ਅੱਜ ਮੈਨੂੰ ਆਮ ਪੰਜਾਬੀਆਂ ਲਈ ਯਾਦ ਆਉਂਦਾ। ਔਰ ਪੰਜਾਬੀ ਜਿਸ ਉਸ ਕਾਂਗਰਸ ਸਰਕਾਰ, ਉਸ ਕਾਂਗਰਸ ਦੀ ਹਕੂਮਤ ਵਿੱਚ ਅੱਜ ਬੈਠੇ ਆ, ਜਿਸ ਹਕੂਮਤ ਨੇ ਪੰਜਾਬ ਤੇ ਫੌਜਾਂ ਚਾੜੀਆਂ, ਪੰਜਾਬ ਨੂੰ ਵੰਡਿਆ, ਪੰਜਾਬ ਦੀ ਰਾਜਧਾਨੀ ਖੋਹੀ, ਪੰਜਾਬ ਦੇ ਪੰਜਾਬੀ ਬੋਲਦੇ ਖਿੱਤੇ ਖੋਲ੍ਹੇ, ਪੰਜਾਬ ਦੇ ਪਾਣੀ ਖੋਲ੍ਹੇ ਔਰ ਪੰਜਾਬੀਆਂ ਦਾ ਬ੍ਰੇਨ ਡਰੇਨ ਕਰਤਾ। ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਪਲਾਇਨ ਕਰ ਗਿਆ। ਪੰਜਾਬ ਦੀ ਹਵਾ, ਪਾਣੀ, ਮਿੱਟੀ ਜਿਹੜਾ ਗੁਰੂਆਂ ਦਾ ਸੁਪਨਾ ਸੀ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ, ਉਹ ਖਤਮ ਕਰ ਦਿੱਤੀ। ਔਰ ਗੁਰੂਆਂ ਦਾ ਸੁਪਨਾ ਸੀ ਵਿਦਿਆ ਵਿਦਿਆ ਵਿਚਾਰੀ ਪਰਉਪਕਾਰੀ। ਇਹ ਵਿਦਿਆ ਐਜੂਕੇਸ਼ਨ ਸਾਧੂ ਸਿੰਘ ਧਰਮਸੋਤ ਕਾਂਗਰਸ ਦੇ ਰਾਜ 'ਚ ਖਤਮ ਹੋ ਗਈ। ਤਾਂ ਅੱਜ ਮੈਨੂੰ ਇੱਥੇ ਫਰੀਦਕੋਟ ਆ ਕੇ ਬਾਬਾ ਫਰੀਦ ਯਾਦ ਆਉਂਦਾ, ਉਹਨਾਂ ਦੀ ਜਗਾਈ ਹੋਈ ਬੁਲਾਈ ਹੋਈ ਅਣਖ ਯਾਦ ਆਉਂਦੀ ਆ ਕਿ ਹੇ ਰੱਬ ਜੇ ਸਾਨੂੰ ਤੂੰ ਇਹਨਾਂ ਬਗਾਨਿਆਂ ਦੇ ਹੱਥਾਂ ਵਿੱਚ ਇਹਨਾਂ ਦੀ ਹਕੂਮਤ ਵਿੱਚ ਸੱਟਣਾ ਤਾਂ ਸਾਡਾ ਜੀਂਦਾ ਸ਼ਰੀਰ ਚੱਕ ਲਾ। ਗਠਜੋੜ ਤੋਂ ਪਹਿਲਾਂ ਜਿਹੜੀ ਕਮਾਂਡ ਜਾਖੜ ਦੇ ਨਹੀਂ ਕੈਪਟਨ ਦੇ ਹੱਥ ਦੇ ਵਿੱਚ ਸੀ, ਉਸ ਤੋਂ ਬਾਅਦ ਹੁਣ ਜਿਹੜੀ ਸਿੱਧੂ ਦੇ ਹੱਥ ਵਿੱਚ ਆਈ ਹੈ, ਕਿੰਨਾ ਕਸਰ ਪੈਣ ਵਾਲਾ ਗਠਜੋੜ ਤੇ? ਦੇਖੋ, ਗੱਠਜੋੜ ਦੇ ਉੱਤੇ ਗੱਠਜੋੜ ਨੇ ਤਾਂ ਸਵਾਗਤ ਕੀਤਾ ਆ ਬਈ ਜਿਹਦੇ ਕੋਲ ਸਿੱਧੂ ਵਰਗਾ ਪ੍ਰਧਾਨ ਹੋਵੇ ਜਿਸ ਪਾਰਟੀ ਕੋਲ, ਉਸ ਪ੍ਰਧਾਨ ਨੂੰ ਤਾਂ ਹੋਰ ਕਿਸੇ ਪਾਰਟੀ ਦੇ ਬਰਾਬਰ ਖੜੇ ਹੋਣ ਦੀ ਜ਼ਰੂਰਤ ਹੀ ਨਹੀਂ ਹੈਗੀ, ਉਹ ਤਾਂ ਆਪੇ ਹੀ ਡੁੱਬ ਜਾਏਗੀ। ਔਰ ਮਾਨਯੋਗ ਸਿੱਧੂ ਸਾਹਿਬ ਜਿਹੜੇ ਕਿ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਨੇ 18 ਮੁੱਦੇ ਦਿੱਤੇ ਪਿਛਲੇ 1 ਮਹੀਨੇ ਤੋਂ, ਔਰ ਇਹਨੂੰ ਕਟੇਲ ਕਰਕੇ 5 ਮੁੱਦੇ ਕਰਤੇ। ਔਰ 5 ਤੇ ਵੀ ਕੈਪਟਨ ਨੇ ਇੰਨੀ ਦੁਰਗਤੀ ਆਪਣੇ ਸੂਬਾ ਪ੍ਰਧਾਨ ਦੀ ਕੀਤੀ ਕਿ ਅਗਲੇ ਦਿਨ ਚਿੱਠੀ ਪਾ ਕੇ ਕਾਂਗਰਸ ਦੇ ਆਪਣੇ ਮੌਜੂਦਾ ਪ੍ਰਧਾਨ ਨੂੰ ਮੁੱਖ ਮੰਤਰੀ ਨੇ ਕੁਚਲ ਕੇ ਰੱਖਤਾ। ਕਹਿੰਦਾ 80% ਕੰਮ ਤਾਂ ਹੋ ਗਿਆ। ਇਹਦਾ ਮਤਲਬ ਦੋਹਾਂ 'ਚੋਂ ਕਿਸੇ ਇੱਕ ਦੀ ਕਾਰਜਸ਼ੈਲੀ 'ਚ ਨੁਕਸ ਹੈ, ਕਿਸੇ ਇੱਕ ਦੀ ਸੋਚਣ ਦੀ ਸ਼ਕਤੀ 'ਚ ਨੁਕਸ ਹੈ, ਜਾਓ ਮੁੱਖ ਮੰਤਰੀ ਸਾਹਿਬ ਦੀ, ਜਾਓ ਸਿੱਧੂ ਸਾਹਿਬ ਦੀ। ਔਰ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਪ੍ਰਧਾਨ ਲੱਗੇ ਆ, ਕਾਂਗਰਸ ਦੀ ਵੱਡੀ ਧੜੇਬੰਦੀ ਸਾਡੇ ਵਿੱਚ ਉਜਾਗਰ ਹੋਈ ਆ।
ਕਿੱਦਾਂ ਇੱਕ ਦਿਨ ਲੱਗਦੇ ਸੀ, ਸਵੇਰ ਨੂੰ ਲੱਗ ਜਾਂਦੇ ਸੀ, ਸ਼ਾਮ ਨੂੰ ਹਟ ਜਾਂਦੇ ਸੀ, ਸਵੇਰ ਨੂੰ ਲੱਗ ਜਾਂਦੇ ਸੀ, ਸ਼ਾਮ ਨੂੰ। ਔਰ ਇਹ ਸਿੱਧੂ ਨਵਜੋਤ ਸਿੱਧੂ ਜੀ ਜਿਹੜੇ ਇੱਕ ਟੂਲ ਹੈ, ਕਦੀ ਭਾਜਪਾ ਦਾ ਟੂਲ ਰਹੇ ਆ, ਕਦੀ ਇਹਨੇ ਆਪਣੀ ਆਪ ਪਾਰਟੀ ਬਣਾ ਕੇ ਕੋਸ਼ਿਸ਼ ਕੀਤੀ ਸੀਗੀ, ਕਦੀ ਇਹ ਆਮ ਆਦਮੀ ਪਾਰਟੀ ਜਾਣ ਦਾ ਸੋਚਦੇ ਰਹੇ। ਮਤਲਬ ਇੱਕ ਅਨਸਰਟੇਨ, ਔਰ ਜਿਹੜਾ ਪੰਜਾਬੀਆਂ ਨੇ ਜਿਹੜਾ ਇਹਨਾਂ ਨੂੰ ਤਗਮਾ ਦਿੱਤਾ ਆ ਕਿ ਅਨਗਾਈਡਡ ਮਿਜ਼ਾਈਲ, ਮੈਨੂੰ ਲੱਗਦਾ ਸਾਰਾ ਢੁਕਮਾਈਆਂ। ਗੜੀ ਸਾਹਿਬ, ਗੱਠਜੋੜ ਤੋਂ ਬਾਅਦ ਜਿਹੜੀ ਕਾਂਸੀ ਰਾਮ ਦੀ ਭੈਣ ਸਵਰਨ ਕੌਰ, ਉਹਨੇ ਕਾਫੀ ਜਿਹੜੇ ਸਵਾਲ ਉਠਾਏ ਸੀ। ਉਹਨੇ ਕਿਹਾ ਮੈਂ ਨਾ ਖੁਸ਼ ਹਾਂ, ਨਾਲ ਹੀ ਤੁਹਾਡੇ ਜਿਹੜੇ ਆਗੂ ਆ ਮਿਸ਼ਰਾ ਤੇ ਵੀ ਕੁਝ ਉਂਗਲਾਂ ਉਠਾਈਆਂ ਸੀ। ਬਹੁਜਨ ਸਮਾਜ ਪਾਰਟੀ 'ਚ ਇੱਕੋ ਹੀ ਭੈਣ ਹੈ, ਉਸ ਭੈਣ ਦਾ ਨਾਂ ਆ ਭੈਣ ਕੁਮਾਰੀ ਮਾਇਆਵਤੀ। ਬਾਕੀ ਜਿਹੜਾ ਪਰਿਵਾਰ ਵਾ ਅਸੀਂ ਨਾ ਕਿਸੇ ਨੂੰ ਜਾਣਦੇ ਨਾ ਕਿਸੇ ਨੂੰ ਬੁੱਝਦੇ ਹਾਂ, ਕਿਉਂਕਿ ਸਾਹਿਬ ਕਾਂਸ਼ੀ ਰਾਮ ਨੇ ਆਪਣੇ ਜੀਂਦੇ ਜੀ ਹਰ ਵਰਕਰ ਨੂੰ ਕਿਹਾ ਸੀ ਕਿ ਮੇਰਾ ਕੋਈ ਪਰਿਵਾਰ ਨਹੀਂ। ਅਸੀਂ ਸਾਹਿਬ ਦੀ ਗੱਲ ਮੰਨਦੇ ਹਾਂ ਕਿ ਸਾਹਿਬ ਦਾ ਕੋਈ ਪਰਿਵਾਰ ਨਹੀਂ। ਔਰ ਬਹੁਤ ਸਾਰੀਆਂ ਪਾਰਟੀਆਂ 'ਚ, ਬਹੁਤ ਸਾਰੇ ਅੰਦੋਲਨਾਂ ਦੇ ਵਿੱਚ ਇੱਦਾਂ ਦੇ ਕਈ ਕਿਸਮ ਦੇ ਲਾਲਚੀ ਜਿਹੜੇ ਆ ਉਹ ਹੁੰਦੇ ਆ, ਲਾਲਚੀ ਲੋਕ ਹੁੰਦੇ ਆ ਜਿਹੜੇ ਵਰਕਰਾਂ ਨੂੰ ਗੁੰਮਰਾਹ, ਅੰਦੋਲਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਬਹੁਜਨ ਸਮਾਜ ਪਾਰਟੀ ਤੇ ਇੱਦਾਂ ਦੇ ਗੁੰਮਰਾਹਕੁਨ ਪ੍ਰਚਾਰ ਦਾ ਜਿਹੜੀ ਕਿ ਕਾਂਗਰਸ ਕਰਾ ਰਹੀ ਆ, ਭਾਰਤੀ ਜਨਤਾ ਪਾਰਟੀ ਕਰਾ ਰਹੀ, ਔਰ ਪਿਛਲਾ ਇਤਿਹਾਸ ਹੈ ਕਿ ਇਹ ਜਿਹੜੇ ਲੋਕ ਨੇ ਇਹ ਕਾਂਗਰਸ ਔਰ ਭਾਜਪਾ ਦੇ ਹੱਥਾਂ 'ਚ ਖੇਡਦੇ ਰਹੇ ਆ। ਤਾਂ ਇਸ ਕਰਕੇ ਨਾ ਪਾਰਟੀ ਨੂੰ ਕੋਈ ਅਸਰ ਪੈਣੇ ਵਾਲਾ ਨਹੀਂ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜਾ ਐਸਸੀ ਵਰਗ ਦੇ ਟਿੱਪਣੀਆਂ ਕੀਤੀਆਂ, ਅਨਮੋਲ ਗਗਨਮਾਲ ਨੇ ਸੰਵਿਧਾਨ ਤੇ ਟਿੱਪਣੀ ਕੀਤੀ ਹੈ। ਹੁਣ ਇੱਕ ਆਡੀਓ ਸਾਹਮਣੇ ਆ ਰਹੀ ਹੈ ਮੂਫਰ ਦੀ। ਦੇਖੋ ਇਹ ਬੜਾ ਮਤਲਬ ਇਹ ਅਭਾਗਾ ਸਮਾਂ ਆ, ਬੜਾ ਹੋਰ ਅਭਾਗੇ ਇਹਨਾਂ ਦੇ ਬਿਆਨ ਨੇ। ਮਾਨਯੋਗ ਰਵਨੀਤ ਬਿੱਟੂ ਜੀ ਕੱਲ ਪਾਰਲੀਮੈਂਟ 'ਚ ਲੰਮਾ ਪਿਆ ਡਰਾਮਾ ਕਰ ਰਿਹਾ ਸੀ ਉੱਥੇ, ਔਰ ਕਹਿ ਰਿਹਾ ਸੀ ਮੈਂ ਦਸ਼ਮੇਸ਼ ਪਿਤਾ ਦਾ ਪੁੱਤਰ ਹਾਂ। ਮੈਂ ਸੋਚ ਰਿਹਾ ਸੀਗਾ ਵੀ ਕਾਸ਼ ਕੋਈ ਗੁਰੂ ਦਾ ਸਿੱਖ ਸੱਚਾ ਕੋਲ ਹੁੰਦਾ ਔਰ ਨੰਗੇ ਪੈਰੀ ਨਾ ਹੁੰਦਾ। ਜਿਸ ਰਵਨੀਤ ਬਿੱਟੂ ਨੇ ਗੱਠਜੋੜ ਨੂੰ ਔਰ ਬਹੁਜਨ ਸਮਾਜ ਨੂੰ ਅਪਵਿੱਤਰ ਤੇ ਗੈਰ ਪੰਥਕ ਕਹਿ ਦਿੱਤਾ, ਇਹ ਦਸ਼ਮੇਸ਼ ਪਿਤਾ ਦਾ ਪੁੱਤਰ ਕਹਿ ਸਕਦਾ ਆ? ਦਸ਼ਮੇਸ਼ ਪਿਤਾ ਬਾਪ ਤਾਂ ਸਾਡਾ ਇਹ ਕਹਿੰਦਾ ਰਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ, ਉਹ ਗੱਲ ਨਾਲ ਲਾਉਂਦਾ ਸੀ। ਬਾਪ ਦਸ਼ਮੇਸ਼ ਪਿਤਾ ਤਾਂ ਇਹ ਕਹਿੰਦਾ ਸੀ ਇਹ ਗਰੀਬ ਸਿੱਖਣ ਕੋ ਦੈ ਪਾਤਸ਼ਾਹੀ, ਤੇ ਰਵਨੀਤ ਬਿੱਟੂ ਬਿਆਨ ਲਾਉਂਦਾ ਆ ਕਿ ਗੈਰ ਪੰਥਕ ਤੇ ਅਪਵਿੱਤਰ। ਔਰ ਮਾਨਹਾਨੀ ਦਾ ਨੋਟਿਸ ਗਿਆ ਆ, ਬੜੀ ਜਲਦੀ ਕੇਸ ਇੱਥੇ ਹੋਣਾ ਆ, ਪਰਚਾ ਦਰਜ ਹੋਣਾ ਆ। ਔਰ ਰਵਨੀਤ ਬਿੱਟੂ ਨਾ ਲਿਲੜੀਆਂ ਕੱਢ ਕੇ ਥੋਕੇ ਚੱਟਿਆ ਬਹੁਜਨ ਸਮਾਜ ਤੋਂ, ਔਰ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਇਹਦੇ 'ਚ ਇਸੇ ਲੜੀ 'ਚ ਸ਼ਾਮਲ ਹੋ ਗਈ, ਔਰ ਉਹਨੂੰ ਤਾਂ ਸੰਵਿਧਾਨ ਵਿਰੋਧੀ, ਸੰਵਿਧਾਨ ਨੂੰ ਹੀ ਗਲਤ ਘਟੀਆ ਕਹਿ ਦਿੱਤਾ, ਔਰ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਆਮ ਆਦਮੀ ਪਾਰਟੀ ਨੇ ਤਗਮਾ ਲਾਤਾ, ਅਨਮੋਲ ਗਗਨ ਜੀ ਤੁਸੀਂ ਸੰਵਿਧਾਨ ਨੂੰ ਘਟੀਆ ਕਿਹਾ, ਲਓ ਤੁਸੀਂ ਖਰੜ ਤੋਂ ਇਲੈਕਸ਼ਨ ਲੜੋ। ਔਰ ਭਾਜਪਾ ਨੇ, ਹਰਦੀਪ ਪੁਰੀ ਨੇ ਕਿਹਾ ਕਿ ਇਹ ਪੰਥਕ ਸੀਟਾਂ ਬਹੁਜਨ ਸਮਾਜ ਨੂੰ ਕਿਉਂ ਦਿੱਤੀਆਂ। ਭਾਜਪਾ ਨੇ ਹਰਦੀਪ ਪੁਰੀ ਨੂੰ ਕੇਂਦਰੀ ਮੰਤਰੀ ਬਣਾਤਾ। ਔਰ ਅਜੀਤ ਇੰਦਰ ਸਿੰਘ ਮੋਫਰ, ਕਾਂਗਰਸ ਦਾ ਸਾਬਕਾ ਐਮਐਲਏ ਸਰਦੂਲਗੜ੍ਹ, ਉਹਨੇ ਤਾਂ ਇਹ ਕਹਿ ਦਿੱਤਾ ਕਿ ਬਹੁਜਨ ਸਮਾਜ ਦਲਿਤ ਸਮਾਜ, ਦੋ ਜਾਤਾਂ ਦੇ ਨਾਮ ਲੈ ਦਿੱਤੇ। ਆਡੀਓ ਵਾਇਰਲ ਹੋਈ ਆ ਔਰ ਹਰਾਮੀ ਸ਼ਬਦ ਤੱਕ ਵਰਤਾ। ਅਸੀਂ ਪੂਰੇ ਬਹੁਜਨ ਸਮਾਜ ਨੂੰ, ਪੂਰੇ ਪੰਜਾਬ ਵਿੱਚ ਬਹੁਜਨ ਸਮਾਜ ਨੂੰ ਕਿ ਕਾਂਗਰਸ ਪੰਜਾਬ ਦੇ ਦਲਿਤਾਂ ਪਛੜਿਆਂ ਨੂੰ ਅਪਵਿੱਤਰ ਦੱਸਦੀ ਆ, ਗੈਰ ਪੰਥਕ ਦੱਸਦੀ ਆ, ਹਰਾਮੀ ਦੱਸਦੀ ਆ। ਤੇ ਮੈਂ ਬਹੁਜਨ ਸਮਾਜ ਕੋਲ ਪੱਲਾ ਅੱਡ ਕੇ ਜਾਊਂਗਾ, ਦੱਸੋ ਤੁਸੀਂ ਕਿਆ ਆ? ਕਿਆ ਕਾਂਗਰਸ ਦੇ ਨਾਲ ਖੜਨਾ, ਕਾਂਗਰਸ ਨਾਲ ਖੜਨਾ, ਜਾਂ ਅਸੀਂ ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਲੜਾਈ ਲੜ ਰਹੇ ਹਾਂ ਕਿ ਤੁਸੀਂ ਹੱਥ ਤੇ ਜਾਣਾ ਕਿ ਹੱਥੀ ਤੇ ਜਾਣਾ? ਇਹ ਫੈਸਲਾ ਅਸੀਂ ਲੋਕਾਂ ਤੋਂ ਲਵਾਂਗੇ। ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਦੀ ਉਹਦੀ ਦੱਸਿਆ ਜਾ ਰਿਹਾ ਕਿ ਜਾਂ CBI ਨੂੰ ਸੌਂਪੀ ਹੈ, ਲੱਗਦਾ ਹੁਣ ਤੁਹਾਨੂੰ ਇਨਸਾਫ ਮਿਲੂ ਕਿਤੇ? ਸਾਹਿਬ ਕਾਂਸ਼ੀ ਰਾਮ ਨੇ ਸਾਨੂੰ ਇਹ ਸਿਖਾਇਆ ਕਿ ਇਨਸਾਫ ਕਦੀ ਮੰਗਣਾ ਨਹੀਂ, ਇਨਸਾਫ ਦੇਣੇ ਵਾਲੇ ਬਣਨਾ। ਅਸੀਂ ਇਹ ਐਲਾਨ ਕਰਦੇ ਹਾਂ ਕਿ ਜੇਕਰ ਸਾਧੂ ਸਿੰਘ ਧਰਮਸੋਤ CBI ਦੀ ਜਾਂਚ ਤੋਂ ਬਚ ਗਿਆ ਤਾਂ ਵੀ ਅਸੀਂ ਫਰਵਰੀ 2020 ਪਹਿਲੇ ਹਫਤੇ ਦੇ ਵਿੱਚ ਸੈਕਟਰੀ IAS ਸੈਕਟਰੀ ਕਿਰਪਾ ਸ਼ੰਕਰ ਸਰੋਜ ਜੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ 24 ਘੰਟਿਆਂ ਵਿੱਚ ਸਾਧੂ ਸਿੰਘ ਧਰਮਸੋਤ ਪਲੱਸ ਜਿੱਥੇ ਇਹਦਾ ਹਿੱਸਾ ਗਿਆ, ਜੇ ਮੋਤੀ ਮਹਿਲਾਂ 'ਚ ਹਿੱਸਾ ਗਿਆ ਤਾਂ ਉਹਨਾਂ ਨੂੰ ਵੀ ਘੜੀਸਾਂਗੇ ਔਰ ਜੇਲ੍ਹਾਂ 'ਚ ਡੱਕਣ ਦਾ ਕੰਮ ਕਰਾਂਗੇ। ਲਾਸਟ ਸਵਾਲ ਆ ਜੀ, ਪਹਿਲੀ ਵਾਰ ਹੋਇਆ ਕਿ ਜਿਹੜਾ SC ਵਰਗ ਨੂੰ ਵੱਡੇ ਜਿਹੜੇ ਸਿਆਸੀ ਪਾਰਟੀਆਂ ਅਹੁਦੇ ਦੇਣ ਦੀ ਗੱਲ ਕਰ ਰਹੀ ਹੈ, ਡਿਪਟੀ CM ਤੱਕ ਦੇ। ਦੇਖੋ ਬਹੁਜਨ ਸਮਾਜ ਪਾਰਟੀ ਪਿਛਲੇ 2-2.5 ਸਾਲਾਂ 'ਚ ਜਿਹੜੀ ਅਸੀਂ ਟੀਮ ਪੰਜਾਬ 'ਚ ਖੜੀ ਕੀਤੀ ਆ ਲੋਕ ਸਭਾ ਤੋਂ ਬਾਅਦ, ਉਹ ਪਿੰਡ ਗਈ ਆ। ਪਿੰਡ ਜਾ ਕੇ ਉਹਨਾਂ ਨੇ ਦਲਿਤ ਵਰਗ ਦੀਆਂ ਬਸਤੀਆਂ, ਪਛੜੇ ਵਰਗਾਂ ਦੀਆਂ ਬਸਤੀਆਂ, ਘੱਟ ਗਿਣਤੀ ਸਿੱਖ ਮੁਸਲਮਾਨ ਈਸਾਈ ਭਾਈਚਾਰੇ ਦੀਆਂ ਬਸਤੀਆਂ ਔਰ ਜਨਰਲ ਵਰਗਾਂ ਦੇ ਗਰੀਬਾਂ ਨੂੰ ਉਹਨਾਂ ਨੂੰ ਜਗਾਉਣ ਦਾ, ਜੋੜਨ ਦਾ ਕੰਮ ਕੀਤਾ ਆ, ਜਿਹਦੇ ਨਾਲ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹਨਾਂ ਦੇ ਏਜੰਡੇ ਦੇ ਵਿੱਚ ਦੇਸ਼ ਦੇ ਵਿੱਚ ਜੇ ਸਭ ਤੋਂ ਵੱਧ ਸ਼ਡਿਊਲ ਕਾਸਟ ਦਲਿਤ ਔਰ ਪਛੜਾ ਆ ਤਾਂ ਉਹ ਪੰਜਾਬ ਵਿੱਚ ਹੈ। 35% ਸ਼ਡਿਊਲ ਕਾਸਟ, 35% OBC ਔਰ 50% ਤੋਂ ਜ਼ਿਆਦਾ ਗਰੀਬ ਹੈ ਇੱਥੇ, ਜਿਨ੍ਹਾਂ ਨੂੰ ਆਟਾ ਦਾਲ ਹੋਰ ਸਕੀਮਾਂ ਜਾਣੀਆਂ। ਤਾਂ ਬਹੁਜਨ ਸਮਾਜ ਪਾਰਟੀ ਨੇ ਉਹਨਾਂ ਨੂੰ ਇਕੱਠੇ ਕਰਨ ਦਾ ਇੱਕ ਜਿਹੜੀ ਮੁਹਿੰਮ ਚਲਾਈ ਆ। ਇਸ ਕਰਕੇ ਦੂਜੀਆਂ ਪਾਰਟੀਆਂ ਦੇ ਏਜੰਡੇ ਦੇ ਵਿੱਚ ਇਹ ਜਿਹੜੇ ਵਰਗ ਆ ਉਹ ਸ਼ਾਮਲ ਹੋਏ ਆ। ਇਹ ਬਹੁਜਨ ਸਮਾਜ ਪਾਰਟੀ ਦੀ ਤਾਕਤ ਦਾ ਹੀ ਮੁਜ਼ਾਹਰਾ ਹੈ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਤਾਂ ਜੋ ਫਰੀਦਕੋਟ ਦੇ ਵਿੱਚ ਗੱਠਜੋੜ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਹੈ। ਪਰਮਬੰਸ ਸਿੰਘ ਬੰਟੀ ਰਮਾਣਾ ਦੇ ਜਿਹੜਾ ਗ੍ਰਹਿ ਦੇ ਵਿਖੇ ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਸ ਨੂੰ ਲੈ ਕੇ ਜਿਹੜਾ ਦੱਸਿਆ ਜਾ ਰਿਹਾ ਕਿ ਜਿਵੇਂ CBI ਨੂੰ ਜਿਹੜੀ ਜਾਂਚ ਸੌਂਪੀ ਗਈ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਜੇਕਰ ਗੱਠਜੋੜ ਦੀ ਸਰਕਾਰ ਆਉਂਦੀ ਤਾਂ ਪਹਿਲੇ ਹਫਤੇ ਦੇ ਵਿੱਚ ਹੀ ਜਿਹੜਾ ਇਸ ਸਕਾਲਰਸ਼ਿਪ ਸਕੀਮ ਨੂੰ ਲਾਗੂ ਵੀ ਕੀਤਾ ਜਾਵੇਗਾ ਤੇ ਨਾਲ ਹੀ ਜਿਹੜਾ ਮੰਤਰੀ ਹੈ ਧਰਮਸੋਤ ਕਿਰਪਾ ਸ਼ੰਕਰ ਜਿਹੜੇ ਸਰੋਜ IAS ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਉੱਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ। ਹੁਣ ਦੇਖਣ ਵਾਲੀ ਗੱਲ ਹੋਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਠਜੋੜ ਕਿੰਨਾ ਕਾਮਯਾਬ ਹੁੰਦਾ ਹੈ, ਇਹਨਾਂ ਦੀ ਸਰਕਾਰ ਬਣਦੀ ਹੈ ਜਾਂ ਨਹੀਂ। ਗੁਰਜੀਤ ਸਿੰਘ ਰਮਾਣਾ, ਗਲੋਬਲ ਪੰਜਾਬ TV, ਫਰੀਦਕੋਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।